ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣੀ ਆ ਕੇ ਤਕਰੀਬਨ 7 ਸਾਲ ਘਾਲਣਾ ਘਾਲੀ। ਭਾਈ ਸੱਤਾ ਬਲਵੰਡ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ ਕਿ ਭਾਈ ਲਹਿਣਾ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਔਰ ਐਸੀ ਘਾਲ ਘਾਲੀ ਕਿ ਉਸ ਪਰਮਾਤਮਾ ਦੇ ਦਰ 'ਤੇ ਕਬੂਲੇ ਗਏ, ਗੁਰੂ ਨਾਨਕ ਦੇ ਦਰ 'ਤੇ ਕਬੂਲੇ ਗਏ ਔਰ ਗੁਰੂ ਨਾਨਕ ਦਾ ਰੂਪ ਹੀ ਹੋ ਗਏ। ਬਚਨ ਹੈ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਐਸੀ ਮਰਦਾਂ ਵਾਲੀ ਘਾਲ ਘਾਲੀ ਕਿ ਆਪ ਜੀ ਖਸਮ ਦੇ ਦਰ 'ਤੇ ਕਬੂਲੇ ਗਏ, ਲਹਿਣੇ ਤੋਂ ਅੰਗਦ ਬਣ ਗਏ। ਗੁਰੂ ਨਾਨਕ ਸਾਹਿਬ ਨੇ ਵੀ ਹੁਕਮ ਕਰ ਦਿੱਤਾ, ਲਹਿਣਿਆ ਤੂੰ ਹੁਣ ਲਹਿਣਾ ਨਹੀਂ, ਤੂੰ ਮੇਰਾ ਅੰਗ ਬਣ ਗਿਆ ਹੈ। ਅੱਜ ਤੋਂ ਬਾਅਦ ਦੁਨੀਆ ਤੈਨੂੰ ਲਹਿਣਾ ਨਹੀਂ, ਤੂੰ ਗੁਰੂ ਅੰਗਦ ਦੇ ਨਾਮ ਨਾਲ ਜਾਣਿਆ ਜਾਏਗਾ। ਬਚਨ ਆਉਂਦੇ ਨੇ, ਅਬ ਤੂੰ ਮੇਰੇ ਅੰਗ 'ਤੇ ਭਇਆ, ਤੂੰ ਲਹਿਣਾ ਮੈਂ ਦੇਣ ਦਇਆ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 2 ਅੱਸੂ ਸੰਮਤ 1596 ਈਸਵੀ ਦੀ ਗੱਲ ਕਰੀਏ 2 ਸਤੰਬਰ ਸੰਨ 1539 ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ। ਦੂਸਰੇ ਗੁਰੂ ਥਾਪਿਆ, ਜੋਤ ਉਹੀ ਹੈ ਔਰ ਆਪਣਾ ਸਰੀਰ ਬਦਲ ਲਿਆ, ਗੁਰੂ ਅੰਗਦ ਦਾ ਰੂਪ ਧਾਰਨ ਕਰ ਲਿਆ ਔਰ ਗੁਰਿਆਈ ਦੀ ਰਸਮ ਨਿਭਾਉਣ ਦੀ ਸੇਵਾ ਬਾਬਾ ਬੁੱਢਾ ਸਾਹਿਬ ਨੇ ਕੀਤੀ। ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਮਿਲੀ, ਆਪ ਜੀ ਦੀ ਉਮਰ ਤਕਰੀਬਨ 35 ਤੋਂ 36 ਸਾਲ ਹੈ। ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਅੰਗਦ ਸਾਹਿਬ ਜੀ ਦੇ ਸਿਰ 'ਤੇ ਛਤਰ ਝੁੱਲ ਗਿਆ, ਪੂਰੀ ਖਲਕਤ ਆਪ ਜੀ ਦੇ ਚਰਨਾਂ 'ਤੇ ਝੁਕ ਗਈ। ਇੱਥੋਂ ਤੱਕ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਪ ਵੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਬਚਨ ਆਉਂਦੇ ਨੇ, ਲਹਿਣੇ ਧਰਿਓਣ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕੋਏ ਜੀਦੈ, ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦਿਤੋਸ ਜੀਵਦੈ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ ਔਰ ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਕਿਸੇ ਰਹਿਬਰ ਨੇ, ਜਦੋਂ ਕਿਸੇ ਗੁਰੂ ਨੇ ਆਪਣੇ ਚੇਲੇ ਦੇ ਚਰਨਾਂ 'ਤੇ ਮੱਥਾ ਟੇਕਿਆ ਹੋਵੇ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦਿਤੋਸ ਜੀਵਦੈ। ਤੋ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਬਖਸ਼ੀ। ਭਾਈ ਗੁਰਦਾਸ ਜੀ ਲਿਖਦੇ ਨੇ, ਅੱਜ ਐਸੀ ਰਹਿਮਤ ਹੋਈ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗ ਗਿਆ ਹੋਵੇ। ਅੱਜ ਇੱਕ ਐਸਾ ਕੌਤਕ ਵਰਤਿਆ ਕਿ ਪਾਣੀ 'ਚ ਪਾਣੀ ਰਲ ਗਿਆ ਅਤੇ ਕੋਈ ਕਹਿ ਹੀ ਨਹੀਂ ਸਕਦਾ ਵੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੈ। ਅੱਜ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਕੋਈ ਫਰਕ ਨਾ ਰਿਹਾ। ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਇੱਕ ਹੋ ਗਏ। ਭਾਈ ਗੁਰਦਾਸ ਜੀ ਲਿਖਦੇ ਨੇ, ਗੁਰ ਅੰਗਦ ਗੁਰੂ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਈਨ ਦੀਵੇ ਤੇ ਜਿਉਂ ਦੀਵਾ ਬਲਿਆ, ਹੀਰੇ ਹੀਰਾ ਬੇਧਿਆ, ਛਲ ਕਰ ਅਛਲੀ ਅਛਲ ਛਲਿਆ, ਕੋਈ ਬੁੱਝ ਨਾ ਹੰਗਈ, ਪਾਣੀ ਅੰਦਰ ਪਾਣੀ ਰਲਿਆ। ਗੁਰਬਾਣੀ ਦੇ ਵਿੱਚ ਵਾਰ-ਵਾਰ ਬਚਨ ਆਉਂਦੇ ਨੇ, ਕਿਉਂਕਿ ਸਾਧ ਸੰਗਤ ਅਸੀਂ ਵੀ ਇਹ ਦ੍ਰਿੜਤਾ ਕਰੀਏ ਕਿ ਇਹ ਕੋਈ ਵੱਖੋ ਵੱਖਰੇ ਨਹੀਂ, ਗੁਰੂ ਇੱਕੋ ਹੀ ਆ, ਜੋਤ ਇੱਕੋ ਹੀ ਆ, ਬਸ ਸਰੀਰ ਬਦਲੇ ਆ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਕੀਤੇ, ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਲਿਖੀ, ਭਾਵੇਂ ਉਹ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਕਿਸੇ ਵੀ ਪਾਤਸ਼ਾਹ ਦੀ ਬਾਣੀ ਲਿਖੀ ਗਈ ਤਾਂ ਟਾਈਟਲ ਮਹੱਲਾ ਹੀ ਦਿੱਤਾ। ਮਹੱਲਾ ਦਾ ਅਰਥ ਹੁੰਦਾ ਹੈ ਸਰੀਰ। ਜੇ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਤਾਂ ਲਿਖ ਦਿੱਤਾ ਮਹੱਲਾ ਪਹਿਲਾ, ਜੇ ਦੂਜੇ ਪਾਤਸ਼ਾਹ ਦੀ ਬਾਣੀ ਹੈ ਤਾਂ ਲਿਖ ਦਿੱਤਾ ਮਹੱਲਾ ਦੂਜਾ। ਅਤੇ ਮਹੱਲਾ ਦਾ ਅਰਥ ਹੁੰਦਾ ਹੈ ਸਰੀਰ, ਕਿ ਗੁਰੂ ਇੱਕੋ ਹੀ ਆ ਗੁਰੂ ਨਾਨਕ, ਬਸ ਸਰੀਰ ਬਦਲਿਆ ਹੈ। ਇਹ ਪਹਿਲੇ ਗੁਰੂ ਨਾਨਕ ਦੇ ਪਹਿਲੇ ਸਰੀਰ ਦੀ ਬਾਣੀ, ਇਹ ਗੁਰੂ ਨਾਨਕ ਦੇ ਦੂਜੇ ਸਰੀਰ ਦੀ ਬਾਣੀ। ਮਹੱਲਾ ਤੀਜਾ ਤੋਂ ਭਾਵ ਇਹ ਗੁਰੂ ਨਾਨਕ ਦੇ ਤੀਜੇ ਸਰੀਰ ਦੀ ਬਾਣੀ। ਅਤੇ ਗੁਰਬਾਣੀ ਦੇ ਇਹਨਾਂ ਬਚਨਾਂ ਤੋਂ ਦ੍ਰਿੜਤਾ ਹੁੰਦੀ ਹੈ ਕਿ ਗੁਰੂ ਇੱਕੋ ਹੀ ਆ, ਜੋਤ ਇੱਕੋ ਹੀ ਆ, ਬਸ ਸਰੀਰ ਬਦਲੇ ਆ। ਗੁਰੂ ਨਾਨਕ ਹੀ ਗੁਰੂ ਅੰਗਦ ਹੈ, ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹੈ। ਬਚਨ ਆਉਂਦਾ ਹੈ ਨਾ, ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ, ਜੋਤ ਉਹੀ ਹੈ, ਬਸ ਸਰੀਰ ਬਦਲਿਆ। ਤੋ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦਾ ਰੂਪ ਹੋਏ, ਗੁਰੂ ਅੰਗਦ ਸਾਹਿਬ ਜੀ ਗੁਰੂ ਬਣੇ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇਹ ਜ਼ਿੰਮੇਵਾਰੀਆਂ ਸੌਂਪੀਆਂ, ਉੱਥੇ ਗੁਰੂ ਨਾਨਕ ਸਾਹਿਬ ਨੇ ਕੁਝ ਪੋਥੀਆਂ ਵੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤੀਆਂ। ਇਹ ਪੋਥੀਆਂ ਉਹ ਸਨ ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਲਿਖੀ ਔਰ ਜਿਹੜੇ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਲਿਆਏ ਸਨ,
ਉਹ ਬਾਣੀ ਵੀ ਇਹਨਾਂ ਪੋਥੀਆਂ 'ਤੇ ਲਿਖੀ ਸੀ। ਔਰ ਇਹ ਪੋਥੀਆਂ ਗੁਰੂ ਅੰਗਦ ਸਾਹਿਬ ਨੂੰ ਸੌਂਪਣ ਦਾ ਮਕਸਦ ਇਹ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਮਕਸਦ ਧਾਰ ਲਿਆ ਸੀ ਕਿ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਜੋੜਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਕਰਨੇ ਨੇ। ਔਰ ਆਪ ਜੀ ਜਾਣਦੇ ਹਨ ਕਿ 5ਵੇਂ ਸਰੀਰ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਮਾਨ ਕਰਾਂਗੇ ਔਰ 10ਵੇਂ ਜਾਮੇ ਦੇ ਵਿੱਚ ਜਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਵਾਂਗੇ। ਇਸ ਕਰਕੇ ਇਹ ਮਕਸਦ ਸ਼ੁਰੂ ਤੋਂ ਹੀ ਲੈ ਲਿਆ ਗਿਆ ਸੀ। ਕਈ ਜਾਣੇ ਕੁਤਰਕ ਕਰਦੇ ਨੇ ਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਣ ਤੋਂ ਪਹਿਲਾਂ ਗੁਰੂ ਕੌਣ ਸੀ। ਇਹ ਪਹਿਲਾਂ ਤੋਂ ਹੀ ਪਲੈਨਿੰਗ ਹੋ ਗਈ ਹੈ ਕਿ ਸ਼ਬਦ ਗੁਰੂ ਨੂੰ ਹੀ ਗੁਰੂ ਥਾਪਣਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਇਹ ਸ਼ਬਦ ਦੀਆਂ ਪੋਥੀਆਂ ਗੁਰੂ ਅੰਗਦ ਸਾਹਿਬ ਨੂੰ ਸੌਂਪਦੇ ਨੇ ਔਰ ਉਹਨਾਂ ਨੂੰ ਹੁਕਮ ਕਰਦੇ ਨੇ ਕਿ ਹੁਣ ਮਾਝੇ ਦੇ ਇਲਾਕੇ ਨੂੰ ਜਥੇਬੰਦ ਕਰਨਾ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਪਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਨੇ ਔਰ ਪ੍ਰਚਾਰ ਕੇਂਦਰ ਖਡੂਰ ਸਾਹਿਬ ਨੂੰ ਬਣਾ ਦਿੰਦੇ ਨੇ। ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਗੁਰੂ ਅੰਗਦ ਸਾਹਿਬ ਨੇ ਹੁਣ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਦੀ ਧਰਤੀ 'ਤੇ ਟਿਕ ਗਏ, ਹੁਣ ਇੱਥੇ ਜੋਤ ਜਗਾ ਰਹੇ ਨੇ। ਪਰ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੁਝ ਸਮਾਂ ਆਪ ਜੀ ਖਡੂਰ ਦੀ ਧਰਤੀ 'ਤੇ ਆ ਕੇ ਛਿਪੇ ਰਹੇ। ਆਪ ਜੀ ਦੀ ਭੂਆ ਭਰਾਈ ਜੀ ਦੇ ਘਰ ਟਿਕੇ ਰਹੇ, ਆਪ ਜੀ ਸੰਗਤ ਦੇ ਸਾਹਮਣੇ ਨਹੀਂ ਆਏ। ਉਹਦਾ ਕਾਰਨ ਇਹ ਸੀ ਸਾਧ ਸੰਗਤ, ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ, ਪੁੱਤਰ ਇਤਰਾਜ਼ ਕਰਦੇ ਨੇ ਵੀ ਅਸੀਂ ਪੁੱਤਰ ਹਾਂ, ਗੁਰਿਆਈ ਸਾਨੂੰ ਮਿਲਣੀ ਚਾਹੀਦੀ ਹੈ, ਪਰ ਇੱਕ ਸਿੱਖ ਨੂੰ ਦੇ ਦਿੱਤੀ ਗਈ। ਪਰ ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਸਾਧ ਸੰਗਤ ਕਿ ਜਿਹੜਾ ਇੱਥੇ ਘਾਲਣਾ ਘਾਲੇਗਾ ਗੁਰਿਆਈ ਤਾਂ ਉਹਨੂੰ ਮਿਲੇਗੀ। ਇਹ ਦੁਨੀਆ ਦੇ ਰਾਜ ਗੱਦੀ ਵਾਂਗੂ ਨਹੀਂ ਵੀ ਹੁਣ ਰਾਜ ਪੁੱਤਰਾਂ ਨੂੰ ਪੁਸ਼ਤਿਆਂ ਤੱਕ ਚੱਲਦਾ ਰਹੇਗਾ, ਇਸ ਤਰ੍ਹਾਂ ਨਹੀਂ। ਜਿਹੜਾ ਡਿਜ਼ਰਵ ਕਰੇਗਾ, ਜਿਹੜਾ ਉਸ ਅਵਸਥਾ 'ਤੇ ਪਹੁੰਚੇਗਾ ਗੁਰੂ ਤਾਂ ਉਹੀ ਬਣੇਗਾ। ਹੁਣ ਕਈ ਸੱਜਣ ਕਹਿ ਦਿੰਦੇ ਨੇ ਵੀ ਅੱਗੇ ਗੁਰੂ ਰਾਮਦਾਸ ਜੀ ਤੋਂ ਬਾਅਦ ਫਿਰ ਗੁਰਿਆਈ ਪੁੱਤਰਾਂ ਨੂੰ ਦਿੱਤੀ ਗਈ। ਨਹੀਂ ਸਾਧ ਸੰਗਤ, ਗੁਰਿਆਈ ਪੁੱਤਰਾਂ ਨੂੰ ਨਹੀਂ, ਗੁਰਿਆਈ ਸਿੱਖਾਂ ਨੂੰ ਹੀ ਦਿੱਤੀ ਗਈ ਹੈ। ਇਹ ਵੱਖਰੀ ਗੱਲ ਹੈ ਵੀ ਉਹ ਸਿੱਖ ਹੀ ਪੁੱਤਰ ਨਿਕਲੇ। ਹੁਣ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦੇ ਸ਼ਰਨੀ ਪੁੱਤਰ ਬਣ ਕੇ ਨਹੀਂ, ਸਿੱਖ ਬਣ ਕੇ ਰਹੇ ਨੇ। ਅਤੇ ਗੁਰੂ ਰਾਮਦਾਸ ਜੀ ਨੇ ਗੁਰਿਆਈ ਆਪਣੇ ਪੁੱਤਰ ਗੁਰੂ ਅਰਜਨ ਨੂੰ ਨਹੀਂ, ਆਪਣੇ ਸਿੱਖ ਅਰਜਨ ਨੂੰ ਦਿੱਤੀ ਹੈ ਸਾਧ ਸੰਗਤ। ਤੋ ਇਸ ਕਰਕੇ ਗੁਰਿਆਈ ਸਿੱਖਾਂ ਨੂੰ ਹੀ ਦਿੱਤੀ ਗਈ ਹੈ। ਗੁਰਿਆਈ ਉਹਨੂੰ ਮਿਲੀ ਜਿਹਨੇ ਘਾਲਣਾ ਘਾਲੀ, ਗੁਰਿਆਈ ਉਹਨੂੰ ਮਿਲੀ ਜਿਹੜਾ ਗੁਰੂ ਨਾਨਕ ਦਾ ਰੂਪ ਹੋ ਗਿਆ। ਪੁੱਤਰ ਇਤਰਾਜ਼ ਕਰਦੇ ਨੇ, ਪਰ ਗੁਰੂ ਅੰਗਦ ਸਾਹਿਬ ਕਿਸੇ ਕਲੇਸ਼ ਦੇ ਵਿੱਚ ਨਹੀਂ ਸਨ ਪੈਣਾ ਚਾਹੁੰਦੇ। ਇਸ ਕਰਕੇ ਆਪ ਨੇ ਸੋਚਿਆ ਵੀ ਕੁਝ ਸਮਾਂ ਸੰਗਤ ਤੋਂ ਦੂਰ ਹੀ ਰਹਿੰਦੇ ਹਾਂ, ਦੀਵਾਨ ਨਹੀਂ ਲਾਵਾਂਗੇ, ਕਿਉਂਕਿ ਜਦੋਂ ਮਸਲਾ ਠੰਡਾ ਪੈ ਗਿਆ ਫਿਰ ਉਸੇ ਤਰ੍ਹਾਂ ਸ਼ਬਦ ਦਾ ਪ੍ਰਵਾਹ ਚਲਾਵਾਂਗੇ। ਕੁਝ ਸਮਾਂ ਆਪ ਜੀ ਮਾਤਾ ਭਰਾਈ ਜੀ ਦੇ ਘਰ ਟਿਕਦੇ ਨੇ। ਹੁਣ ਸੰਗਤ ਗੁਰੂ ਦੇ ਦਰਸ਼ਨਾਂ ਲਈ ਬੇਬਲ ਹੋ ਗਈ। ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਚੁੱਕੇ ਨੇ, ਸੰਗਤ ਦਰਸ਼ਨਾਂ ਲਈ ਤੜਫ ਰਹੀ ਹੈ। ਔਰ ਆਪ ਜੀ ਚੰਗੀ ਤਰ੍ਹਾਂ ਜਾਣਦੇ ਨੇ, ਸੰਗਤ ਜੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਸੌਂਪੀ ਹੈ ਔਰ ਖਡੂਰ ਸਾਹਿਬ ਭੇਜਿਆ। ਬਾਬਾ ਬੁੱਢਾ ਸਾਹਿਬ ਸਾਰੀ ਸੰਗਤ ਦੇ ਨਾਲ ਖਡੂਰ ਦੀ ਧਰਤੀ 'ਤੇ ਪਹੁੰਚਦੇ ਨੇ। ਮਾਤਾ ਭਰਾਈ ਜੀ ਦੇ ਘਰ ਪਹੁੰਚੇ, ਹੱਥ ਜੋੜ ਕੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕੀਤੀ, ਪਾਤਸ਼ਾਹ ਸੰਗਤ ਦਰਸ਼ਨਾਂ ਲਈ ਤੜਫ ਰਹੀ ਹੈ, ਆਪ ਕਿਰਪਾ ਕਰਕੇ ਦਰਸ਼ਨ ਦਿਦਾਰੇ ਬਖਸ਼ੋ। ਬਾਬਾ ਬੁੱਢਾ ਸਾਹਿਬ ਦੀ ਬੇਨਤੀ 'ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੁਣ ਫਿਰ ਉਸੇ ਤਰ੍ਹਾਂ ਦੀਵਾਨ ਸਜਾ ਰਹੇ ਨੇ, ਫਿਰ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਹੁਣ ਫਿਰ ਸ਼ਬਦ ਦਾ ਪ੍ਰਵਾਹ ਚੱਲਿਆ, ਸਿਫਤ ਸਲੋਤਾ ਦਾ ਪ੍ਰਵਾਹ ਚੱਲਿਆ, ਲੰਗਰਾਂ ਦਾ ਪ੍ਰਵਾਹ ਚੱਲਿਆ, ਫਿਰ ਰਹਿਮਤਾਂ ਵਰਸਣ ਲੱਗੀਆਂ। ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਐ, ਖਰਚੇ ਦਿੱਤ ਖਸਮ ਦੀ ਆਪ ਖੈਦੀ ਖੈਰਦ ਬੱਟੀਐ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਫਿਰ ਗੁਰੂ ਸ਼ਬਦ ਦਾ ਲੰਗਰ ਚੱਲਣ ਲੱਗਿਆ, ਸ਼ਬਦ ਦਾ ਪ੍ਰਵਾਹ ਚੱਲਣ ਲੱਗਿਆ, ਨਾਮ ਦੀਆਂ ਹਨੇਰੀਆਂ ਝੁੱਲ ਗਈਆਂ, ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀ। ਔਰ ਇੱਥੇ ਮੈਂ ਬੇਨਤੀ ਕਰਾਂ, ਦੂਰ ਦੂਰ ਤੱਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਿਫਤ ਫੈਲ ਗਈ। ਦੂਰ ਦੂਰ ਦੇ ਇਲਾਕਿਆਂ ਤੋਂ ਵੀ ਸੰਗਤ ਖਡੂਰ ਸਾਹਿਬ ਆਉਣਾ ਸ਼ੁਰੂ ਕਰਦੀ ਹੈ, ਭੇਟਾਵਾਂ ਚੜ੍ਹਦੀਆਂ ਨੇ ਔਰ ਲੰਗਰ ਚੱਲਦਾ ਹੈ। ਬਲਵੰਡ ਜੀ ਨੇ ਤਾਂ ਬਚਨ ਕੀਤਾ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਇਸ ਲੰਗਰ ਦੀ ਸੇਵਾ ਦੇ ਵਿੱਚ
ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਨੇ ਬਹੁਤ ਸੇਵਾ ਕੀਤੀ। ਗੁਰਬਾਣੀ ਦੇ ਮੁਤਾਬਕ ਆਪ ਜੀ ਨੇ ਘਿਓ ਦੀ ਖੀਰ ਬਣਾ ਕੇ ਸੰਗਤਾਂ ਨੂੰ ਵਰਤਾਈ। ਇਸ ਤਰ੍ਹਾਂ ਲੰਗਰ ਵਰਤਣ ਲੱਗਾ। ਪਰ ਇਤਿਹਾਸ ਦਾ ਇੱਕ ਜ਼ਰੂਰੀ ਤੱਥ ਸਾਧ ਸੰਗਤ, ਭਾਵੇਂ ਭੇਟਾਵਾਂ ਚੜ੍ਹ ਰਹੀਆਂ ਨੇ ਔਰ ਉਹਨਾਂ ਭੇਟਾਵਾਂ ਦੇ ਵਿੱਚੋਂ ਲੰਗਰ ਬਣ ਰਹੇ ਨੇ, ਸ਼ਬਦ ਪ੍ਰਵਾਹ ਚੱਲ ਰਹੇ ਨੇ, ਲੰਗਰ ਦੇ ਪ੍ਰਵਾਹ ਚੱਲ ਰਹੇ ਨੇ, ਪਰ ਗੁਰੂ ਅੰਗਦ ਸਾਹਿਬ ਜੀ ਦਾ ਪਰਿਵਾਰ, ਗੁਰੂ ਅੰਗਦ ਸਾਹਿਬ ਮਹਾਰਾਜ ਆਪ ਸੰਗਤ ਦੀ ਭੇਟਾਂ ਨੂੰ ਨਹੀਂ ਵਰਤ ਰਹੇ। ਆਪ ਜੀ ਲਈ ਭੋਜਨ ਬਣ ਕੇ ਆਉਂਦਾ ਹੈ ਅਤੇ ਮਾਤਾ ਖੀਵੀ ਜੀ ਘਰੋਂ ਬਣਾ ਕੇ ਭੇਜਦੇ ਨੇ। ਸਾਧ ਸੰਗਤ, ਸਾਡੀਆਂ ਇਤਿਹਾਸਕ ਸਰੋਤਾਂ ਦੇ ਵਿੱਚ ਲਿਖਿਆ ਕਿ ਮਾਤਾ ਖੀਵੀ ਜੀ ਘਰੋਂ ਪ੍ਰਸ਼ਾਦਾ ਲਿਆ ਕੇ ਬਣਾਉਂਦੇ ਨੇ, ਬਣਾ ਕੇ ਲਿਆਉਂਦੇ ਨੇ ਔਰ ਉਹ ਪ੍ਰਸ਼ਾਦਾ ਗੁਰੂ ਅੰਗਦ ਸਾਹਿਬ ਛਕਦੇ ਨੇ। ਭੇਟਾਂ ਨੂੰ ਨਿੱਜ ਸਵਾਰਥ ਲਈ ਨਹੀਂ ਵਰਤਦੇ। ਔਰ ਆਪ ਜੀ ਨੇ ਆਪਣੇ ਬੇਟੇ ਨੂੰ ਵੀ ਹੁਕਮ ਕਰ ਦਿੱਤਾ ਕਿ ਗੁਜ਼ਾਰਾ ਦੁਕਾਨਦਾਰੀ ਤੋਂ ਕਰਨਾ ਹੈ, ਸੰਗਤ ਦੀ ਭੇਟਾ ਤੋਂ ਨਹੀਂ ਕਰਨਾ। ਔਰ ਗੁਰੂ ਅੰਗਦ ਸਾਹਿਬ ਜੀ ਨੇ ਇਸ ਤਰ੍ਹਾਂ ਇਹ ਦੁਨੀਆ ਨੂੰ ਦਿਖਾ ਦਿੱਤਾ ਕਿ ਅਸੀਂ ਇਸ ਭੇਟਾਂ ਨੂੰ, ਦਸਵੰਧ ਨੂੰ ਲੋਕਾਂ ਦੀ ਭਲਾਈ ਲਈ ਵਰਤਦੇ ਹਾਂ, ਆਪਣੇ ਨਿੱਜ ਸਵਾਰਥ ਲਈ ਨਹੀਂ ਵਰਤਦੇ। ਔਰ ਇਹ ਉਹਨਾਂ ਪਖੰਡੀਆਂ ਨੂੰ ਸੰਦੇਸ਼ ਹੈ ਜਿਹੜੇ ਸੰਗਤ ਦੀ ਭੇਟਾ ਦੇ ਨਾਲ ਆਪਣੇ ਜਵਾਕ ਬਾਹਰ ਸੈਟਲ, ਅਬਰੋਡ ਦੇ ਵਿੱਚ ਸੈਟਲ ਕਰ ਲੈਂਦੇ ਨੇ, ਪਰ ਗੁਰਦੁਆਰਿਆਂ ਦੀ ਸੇਵਾ ਨੂੰ ਤਵੱਜੋ ਨਹੀਂ ਦਿੰਦੇ। ਗੁਰੂ ਅੰਗਦ ਸਾਹਿਬ ਜੀ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਗੁਰੂ ਨਾਨਕ ਦਾ ਘਰ ਕਿਰਤ ਕਮਾਈ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਪੂਜਾ ਦਾ ਧਾਨ ਖਾਣ 'ਚ ਵਿਸ਼ਵਾਸ ਨਹੀਂ ਰੱਖਦਾ। ਸਾਧ ਸੰਗਤ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਰਹਿਮਤਾਂ ਵਰਸਾ ਰਹੇ ਨੇ। ਆਪ ਜੀ ਦਾ ਨਿੱਤ ਕਰਮ ਵੀ ਇਤਿਹਾਸ ਦੇ ਵਿੱਚ ਦੱਸਿਆ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਰੋਜ਼ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਜਾਪ ਕਰਦੇ, ਧਿਆਨ ਕਰਦੇ ਔਰ ਫਿਰ ਨਿਤਨੇਮ ਤੋਂ ਬਾਅਦ, ਜਾਪ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਦਿੰਦੇ। ਕੀਰਤਨ ਹੁੰਦਾ, ਰਬਾਬੀ ਬਲਵੰਡ ਜੀ ਕੀਰਤਨ ਕਰਦੇ, ਫਿਰ ਆਪ ਜੀ ਕਥਾ ਕਰਦੇ, ਫਿਰ ਲੰਗਰ ਚੱਲਦਾ ਔਰ ਸ਼ਾਮ ਨੂੰ ਖੇਡਾਂ ਵੀ ਕਰਾਉਂਦੇ ਸਨ। ਪਹਿਲਵਾਨਾਂ ਦੇ ਅਖਾੜੇ ਚੱਲਦੇ ਸਨ, ਕੁਸ਼ਤੀਆਂ ਹੁੰਦੀਆਂ ਸਨ, ਕਿਉਂਕਿ ਆਪ ਜੀ ਸਰੀਰਕ ਪੱਖੋਂ ਵੀ ਸਿੱਖਾਂ ਨੂੰ ਤਿਆਰ ਕਰ ਰਹੇ ਸਨ। ਪਹਿਲਵਾਨਾਂ ਨੇ ਅਖਾੜਿਆਂ ਦੇ ਵਿੱਚ ਕੁਸ਼ਤੀਆਂ ਦੇ ਜ਼ੋਰ ਦਿਖਾਉਣੇ, ਖੇਡਾਂ ਹੋਣੀਆਂ। ਆਪ ਜੀ ਬੱਚਿਆਂ ਨੂੰ ਇਲਮ ਦਿੰਦੇ ਸਨ, ਵਿੱਦਿਆ ਦਿੰਦੇ ਸਨ ਔਰ ਫਿਰ ਰਾਤ ਨੂੰ ਕੀਰਤਨ ਹੁੰਦਾ ਔਰ ਵਿਸ਼ਰਾਮ ਕਰਦੇ। ਇਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਪੂਰੀ ਖਲਕਤ 'ਤੇ ਰਹਿਮਤਾਂ ਵਰਸਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।